ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਕੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਨਿਆਂ ਬਾਰੇ ਜਾਣ ਰਹੇ ਸੀ ਅਤੇ ਅਸੀਂ ਇਸ ਦੇ ਲਈ ਮੱਤੀ ਦੀ ਅੰਜੀਲ ਦੇ 7 ਅਧਿਆਏ ਦੇ ਵਿੱਚੋਂ 1 ਤੋਂ ਲੈ ਕੇ 6 ਆਇਤਾਂ ਦੇ ਵਚਨਾਂ ਦੇ ਉੱਤੇ ਗੌਰ ਕੀਤਾ ਸੀ। ਅਸੀਂ ਸਿੱਖਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਬੇਵਜ੍ਹਾ ਕਿਸੇ ਦੇ ਉੱਤੇ ਦੋਸ਼ ਨਹੀਂ ਲਗਾਉਣਾ ਚਾਹੀਦਾ, ਸਗੋਂ ਪਹਿਲਾਂ ਇਹ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਉਹ ਦੋਸ਼ੀ ਹੈ ਜਾਂ ਨਹੀਂ। ਉਮੀਦ ਹੈ ਕਿ ਉਸ ਪ੍ਰੋਗਰਾਮ ਤੋਂ ਤੁਹਾਨੂੰ ਸਭਨਾਂ ਨੂੰ ਬੜੀ ਬਰਕਤ ਮਿਲੀ ਹੋਏਗੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ। ਅੱਜ ਅਸੀਂ ਨਿਆਂ ਕਾਰਨਾਂ ਦੇ ਬਾਰੇ ਚਰਚਾ ਕਰਾਂਗੇ। ਸਾਡੀ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹੇ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਉਸੇ ਤਰ੍ਹਾਂ ਬਣੇ ਰਹੋ। ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਅੱਜ ਅਸੀਂ ਨਿਆਂ ਦੇ ਕਾਰਨਾਂ ਬਾਰੇ ਗੌਰ ਕਰਾਂਗੇ। ਇਹ ਨਿਆਂ ਕਾਰਨ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਦੀ ਰੂਪਰੇਖਾ ਦੇ ਅਧੀਨ ਪਹਿਲਾਂ ਵੀ ਦੱਸ ਚੁੱਕੇ ਹਾਂ। ਇਹ ਹਨ, ਨਿਆਂ ਕਰਨ ਦੇ ਲਈ ਉਹਨੂੰ ਪੂਰੀ ਤਰ੍ਹਾਂ ਸੱਚਾਈ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਨਿਆਂ ਕਰਨ ਦੇ ਲਈ ਆਪਣੇ ਆਪ ਦੇ ਪਾਪ ਵੀ ਪ੍ਰਗਟ ਹੋ ਜਾਂਦੇ ਹਨ। ਨਿਆਂ ਕਰਨ ਦੇ ਵਿੱਚ ਉਸ ਦੇ ਉੱਪਰ ਉਲਟੇ ਇਲਜ਼ਾਮ ਵੀ ਲੱਗਦੇ ਹਨ। ਨਿਆਂ ਦੇ ਵਿੱਚ ਪ੍ਰਾਥਮਿਕਤਾ ਦਾ ਕ੍ਰਮ ਬਦਲ ਜਾਂਦਾ ਹੈ ਅਤੇ ਨਿਆਂ ਕਰਨ ਵਾਲੇ ਲਈ ਆਪਣੀ ਸਮੱਸਿਆ ਦਾ ਹੱਲ ਕਰਨਾ ਔਖਾ ਹੁੰਦਾ ਹੈ। ਤਾਂ ਫਿਰ ਦੋਸਤੋ, ਆਓ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਆਓ ਅਸੀਂ ਸਿੱਖੀਏ ਕਿ ਪਰਮੇਸ਼ਰ ਦਾ ਵਚਨ ਸਾਨੂੰ ਮੱਤੀ ਦੀ ਅੰਜੀਲ ਦੇ 7 ਅਧਿਆਏ ਦੇ 1 ਤੋਂ ਲੈ ਕੇ 6 ਆਇਤਾਂ ਦੇ ਵਚਨਾਂ ਤੋਂ ਕੀ ਸਿਖਾਉਣ ਜਾ ਰਿਹਾ। ਪਰ ਇਸ ਤੋਂ ਪਹਿਲਾਂ ਆਪਣੇ ਮਨਾਂ ਨੂੰ ਤਿਆਰ ਕਰਨ ਦੇ ਲਈ ਸੁਣਦੇ ਹਾਂ ਇਹ ਭਜਨ।
परखदियां ईमान परखिया जावेगा मेरा ईमान तेरा ईमान मेरा कल होनी बात जरूरी है कल होनी बात जरूरी है ये अज होवे जां कल होवे मेरियां तां दिलों दवावां ने तेरा मुख मसीदे वल हो मेरियां तां दिलों दवावां ने तेरा मुख मसीदे वल हो फिर अजमाइशां दे परिबत ते फिर अजमाइशां दे परिबत ते कोई विरला कदम टकावेगा जद आइयां घड़ियां परखदियां ईमान परखिया जावेगा तेरा ईमान तेरा ईमान मेरा जुल्मां नाल भरी कचहरी दे जुल्मां नाल भरी कचहरी दे विच निर्दोषां नूं जाना नफरत दी अग नूं सहना पौ हर तीर गमां दा खाना पौ नफरत दी अग नूं सहना पौ हर तीर गमां दा खाना पौ फिर बन दिलदार अजीज मां फिर बन दिलदार अजीज वांग कोई गीत मसीदे गावेगा जद आइयां घड़ियां परखदियां ईमान परखिया जावेगा मेरा ईमान तेरा ईमान मेरा जिवें सोना अग विच परखी दे सोना अग विच परखी दे इंसान परखिया जावेगा जद आइयां घड़ियां परखदियां ईमान परखिया जावेगा तेरा ईमान तेरा ਮੈਂ ਇਹ ਆਖ ਸਕਦਾ ਹਾਂ ਕਿ ਇਹ ਇੱਕ ਅੱਛੀ ਗੱਲ ਹੈ ਜੇ ਮੈਂ ਵਿਆਖਿਆ ਕਰਨ ਵਾਲਾ ਬਣ ਸਕਾਂ। ਨਹੀਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਮੈਨੂੰ ਇਹ ਕਰਨ ਵਿੱਚ ਪਰੇਸ਼ਾਨੀ ਹੈ। ਮੈਨੂੰ ਕੋਈ ਪਰੇਸ਼ਾਨੀ ਨਹੀਂ। ਬੀਤੇ ਸਮੇਂ ਤਾਂ ਮੈਨੂੰ ਪਰੇਸ਼ਾਨੀ ਸੀ, ਪਰ ਹੁਣ ਕੋਈ ਪਰੇਸ਼ਾਨੀ ਨਹੀਂ। ਸ਼ਬਦ ਦਰ ਸ਼ਬਦ, ਐਤ ਦਰ ਐਤ ਇਹ ਵਿਆਖਿਆ ਕਰਨ ਦੀ ਖੁਸ਼ੀ ਭਾਵੇਂ ਅੱਜ ਭਾਵੇਂ ਕੱਲ੍ਹ ਜ਼ਰੂਰ ਮਿਲਦੀ ਹੈ ਜਦ ਉਹਨਾਂ ਗੱਲਾਂ ਦਾ ਅਸਰ ਸਾਡੇ ਉੱਤੇ ਹੋਣ ਲੱਗ ਪੈਂਦਾ ਹੈ। ਪਰਮੇਸ਼ਰ ਇਸ ਤਰ੍ਹਾਂ ਹੀ ਸਾਡੇ ਕੋਲੋਂ ਅੱਜ ਚਾਹੁੰਦਾ ਹੈ ਅਤੇ ਤੁਸੀਂ ਜਾਣਦੇ ਹੋ ਜੋ ਅੱਜ ਸਾਡੇ ਲਈ ਸੱਚਾਈ ਨਹੀਂ ਹੈ ਅਸੀਂ ਉਸ ਨੂੰ ਕਦੇ ਵੀ ਸੱਚਾਈ ਨਾ ਮੰਨੀਏ। ਇਹ ਹੀ ਪ੍ਰੇਮ ਅਤੇ ਏਕਤਾ ਅਤੇ ਖੁਸ਼ੀ ਦਾ ਆਤਮਾ ਹੈ
ਜਿਸ ਦਾ ਵਾਸ ਕਲੀਸਿਆ ਵਿੱਚ ਹੋਣਾ ਚਾਹੀਦਾ ਹੈ। ਇਹ ਬਹੁਤ ਨਾਜ਼ੁਕ ਗੱਲ ਹੁੰਦੀ ਹੈ ਅਤੇ ਇੰਨੀ ਨਾਜ਼ੁਕ ਜਿਵੇਂ ਕਿ ਕਾਮ ਕੁੱਤਾ ਜੇ ਤੁਸੀਂ ਆਤਮਾ ਵਿੱਚ ਹੋ ਕੇ ਨਹੀਂ ਚੱਲਦੇ ਤਾਂ ਆਪਣੇ ਆਪ ਨੂੰ ਨਾਸ਼ ਕਰਦੇ ਹੋ ਅਤੇ ਆਪਣੇ ਸੁਖੀ ਪਰਿਵਾਰ ਨੂੰ ਅਲੱਗ ਥਲੱਗ ਕਰ ਦਿੰਦੇ ਹੋ। ਨੰਬਰ 1, ਨਿਆਂ ਕਰਨ ਲਈ ਉਸ ਨੂੰ ਪੂਰੀ ਸੱਚਾਈ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਨਿਆਂ ਕਰਨਾ ਗਲਤ ਕਿਉਂ ਹੈ? ਸਭ ਤੋਂ ਪਹਿਲਾਂ ਕਾਰਨ ਨੰਬਰ 1, ਨਿਆਂ ਕਰਨ ਲਈ ਪੂਰੀ ਸੱਚਾਈ ਦਾ ਪ੍ਰਗਟੀਕਰਨ ਜ਼ਰੂਰੀ ਹੁੰਦਾ ਹੈ। ਕੀ ਇਹ ਸੱਚ ਨਹੀਂ ਹੈ? ਜੇ ਤੁਸੀਂ ਕਿਸੇ ਵਿਅਕਤੀ ਦਾ ਨਿਆਂ ਕਰਨ ਜਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਹ ਸਹੀ ਹੋਵੇ, ਤਾਂ ਮੇਰਾ ਮੰਨਣਾ ਇਹ ਹੈ ਕਿ ਤੁਹਾਨੂੰ ਉਸ ਸਮੱਸਿਆ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਜੇ ਤੁਸੀਂ ਪਿੱਛੇ ਬੈਠ ਕੇ ਕਿਸੇ ਦਾ ਨਿਆਂ ਕਰਦੇ ਹੋਏ ਇਹ ਆਖੋ, ਉਹ ਇਸ ਤਰ੍ਹਾਂ ਦਾ ਪਹਿਰਾਵਾ ਕਿਉਂ ਪਾਉਂਦੇ ਹਨ, ਜਾਂ ਉਹ ਇਸ ਤਰ੍ਹਾਂ ਕਿਉਂ ਗਾਉਂਦੇ ਹਨ, ਜਾਂ ਉਹ ਇਸ ਤਰ੍ਹਾਂ ਕਿਉਂ ਦਿਸਦੇ ਹਨ, ਜਾਂ ਇਸ ਤਰ੍ਹਾਂ ਉਹ ਸਿੱਖਿਆ ਕਿਉਂ ਦਿੰਦੇ ਹਨ, ਤਦ ਨਿਚੋੜ ਕੱਢਣ ਤੋਂ ਪਹਿਲਾਂ ਤੁਹਾਡੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਆਪਣੇ ਕੋਲ ਇਹ ਪ੍ਰਸ਼ਨ ਪੁੱਛੋ ਕਿ ਮੈਂ ਉਹ ਹਰੇਕ ਚੀਜ਼ ਜਾਣਦਾ ਹਾਂ ਜਿਸ ਨੂੰ ਜਾਣਨ ਦੀ ਲੋੜ ਹੈ, ਤਾਂ ਕਿ ਮੈਂ ਸਹੀ ਫੈਸਲਾ ਕਰ ਸਕਾਂ। ਨਵੇਂ ਨੇਮ ਵਿੱਚ ਇਸ ਦਾ ਇੱਕ ਕਾਰਨ ਦੱਸਿਆ ਗਿਆ ਹੈ, ਜੋ ਕਿ ਇਸ ਤਰ੍ਹਾਂ ਹੈ: ਕੌਣ ਮਨੁੱਖ ਦੇ ਅੰਦਰ ਦੀ ਗੁਪਤ ਗੱਲਾਂ ਨੂੰ ਜਾਣ ਸਕਦਾ ਹੈ? ਕਿਉਂ? ਕਿਉਂਕਿ ਉਹ ਤਾਂ ਇੱਕ ਹੈ ਹੀ ਜੋ ਦਿਲ ਦੀਆਂ ਗੱਲਾਂ ਨੂੰ ਜਾਣ ਸਕਦਾ ਹੈ। ਕੇਵਲ ਉਹੀ ਇੱਕ ਹੈ ਜੋ ਪੂਰੀ ਤਸਵੀਰ ਵੇਖ ਲੈਂਦਾ ਹੈ। ਜਦ ਤੁਸੀਂ ਕਲੀਸਿਆ ਵਿੱਚ ਨਿਆਂ ਕਰਨ ਲਈ ਅੱਗੇ ਆਉਂਦੇ ਹੋ ਅਤੇ ਮੰਨ ਲੈਂਦੇ ਹੋ ਕਿ ਤੁਸੀਂ ਨਿਆਂ ਕਰ ਸਕਦੇ ਹੋ, ਕਿਉਂਕਿ ਸੋਚਦੇ ਹੋ ਮੈਂ ਉਸ ਦੇ ਬਾਰੇ ਸਭ ਕੁਝ ਜਾਣਦਾ ਹਾਂ, ਉਸ ਦੇ ਰਹਿਣ ਸਹਿਣ, ਉਸ ਦੇ ਆਸ-ਪਾਸ ਦਾ ਵਾਤਾਵਰਣ, ਜਾਂ ਉਸ ਦੇ ਦਬਾਅ ਬਾਰੇ ਜੋ ਉਸ ਉੱਪਰ ਹੈ, ਜਾਂ ਹੋਰ ਵੀ ਕੁਝ ਉਸ ਦੇ ਬਾਰੇ, ਅਤੇ ਮੈਂ ਨਿਆਂ ਕਰ ਸਕਦਾ ਹਾਂ। ਕੋਈ ਵੀ ਆਦਮੀ ਕਦੇ ਇਸ ਤਰ੍ਹਾਂ ਨਹੀਂ ਕਰ ਸਕਦਾ ਅਤੇ ਇਹ ਪੂਰੀ ਮੂਰਖਤਾ ਹੈ ਇਸ ਤਰ੍ਹਾਂ ਦਾ ਫੈਸਲਾ ਕਰਨਾ। ਜੇ ਤੁਸੀਂ ਪਿਛਲੇ ਇਤਿਹਾਸ ਨੂੰ ਵੇਖੋ ਤਾਂ ਸਮਝ ਜਾਓਗੇ ਕਿ ਜਿਨ੍ਹਾਂ ਲੋਕਾਂ ਨੇ ਕਦੇ ਇਸ ਤਰ੍ਹਾਂ ਨਿਆਂ ਕੀਤਾ ਤਾਂ ਬਾਅਦ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਗਲਤ ਹੋ ਗਿਆ ਸੀ, ਅਤੇ ਇਸ ਲਈ ਹੀ ਯਿਸੂ ਆਖਦਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਨਿਆਂ ਨਾ ਕਰੋ। ਪਰ ਜਦ ਤੁਸੀਂ ਨਿਆਂ ਕਰਦੇ ਹੋ, ਜ਼ਰੂਰੀ ਹੈ ਪੂਰੀ ਸੱਚਾਈ ਤੁਹਾਡੇ ਉੱਤੇ ਪ੍ਰਗਟ ਹੋਵੇ, ਪਰ ਇਹ ਕਦੇ ਨਹੀਂ ਹੋ ਸਕਦਾ। ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਨੰਬਰ 2, ਨਿਆਂ ਕਰਨ ਵਿੱਚ ਉਸ ਦੇ ਆਪਣੇ ਪਾਪ ਵੀ ਪ੍ਰਗਟ ਹੋ ਜਾਂਦੇ ਹਨ। ਨੰਬਰ 2, ਨਿਆਂ ਕਰਨ ਵਾਲੇ ਦੇ ਆਪਣੇ ਪਾਪ ਉਸ ਦੇ ਸਾਹਮਣੇ ਆ ਜਾਂਦੇ ਹਨ। ਕੀ ਇਹ ਗੱਲ ਠੀਕ ਨਹੀਂ ਹੈ? ਤੁਸੀਂ ਜਾਣਦੇ ਹੋ ਕਿ ਕਦੇ ਤੁਸੀਂ ਇਸ ਤਰ੍ਹਾਂ ਗੌਰ ਕੀਤਾ ਹੈ? ਸਾਡੀ ਇਹ ਪ੍ਰਵਿਰਤੀ ਹੁੰਦੀ ਹੈ ਕਿ ਅਸੀਂ ਦੂਜਿਆਂ ਦੀ ਉਹਨਾਂ ਗੱਲਾਂ ਵਿੱਚ ਜਾਂਚ ਕਰਦੇ ਹਾਂ ਜਿਹੜੀਆਂ ਗੱਲਾਂ ਵਿੱਚ ਸਾਨੂੰ ਆਪ ਪਰੇਸ਼ਾਨੀ ਹੁੰਦੀ ਹੈ। ਮੈਂ ਸ਼ਹਿਰ ਵਿੱਚ ਇੱਕ ਕਹਾਣੀ ਪੜ੍ਹੀ ਜਿੱਥੇ 53 ਲੋਕਾਂ ਨੇ ਦਸਤਖਤ ਕਰਕੇ ਇਹ ਦਾਅਵਾ ਕੀਤਾ ਕਿ ਉਸ ਇਲਾਕੇ ਵਿੱਚ ਲਾਪਰਵਾਹੀ ਨਾਲ ਗੱਡੀਆਂ ਚਲਾਉਣ ਤੇ ਰੋਕ ਲਗਾਈ ਜਾਏ। ਇਸ ਦਾਅਵੇ ਦਾ ਇੱਕ ਹਫ਼ਤੇ ਬਾਅਦ ਪੁਲਿਸ ਨੇ ਉੱਥੇ ਗਸ਼ਤ ਲਗਾਈ ਅਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ, ਅਤੇ ਉਹ ਸਾਰੇ 5 ਲੋਕ ਉਹ ਸਨ ਜਿਨ੍ਹਾਂ ਨੇ ਦਾਅਵਾ ਵਿੱਚ ਦਸਤਖਤ ਕੀਤੇ ਸਨ। ਕੀ ਇਹ ਮਜ਼ੇਦਾਰ ਗੱਲ ਨਹੀਂ ਹੈ? ਅਸੀਂ ਲਾਪਰਵਾਹ ਨਾਲ ਗੱਡੀ ਚਲਾਉਣਾ ਪਸੰਦ ਨਹੀਂ ਕਰਦੇ। ਕਿਉਂ? ਕਿਉਂਕਿ ਅਸੀਂ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹਾਂ। ਅਸੀਂ ਆਪਣੀਆਂ ਅੱਖਾਂ ਨਾਲ ਆਪਣੀ ਪਰੇਸ਼ਾਨੀ ਨੂੰ ਵੇਖਦੇ ਹਾਂ ਅਤੇ ਇਸ ਲਈ ਦੂਜੇ ਦੀ ਪਰੇਸ਼ਾਨੀ ਨੂੰ ਵੀ ਵੇਖ ਲੈਂਦੇ ਹਾਂ। ਜਦ ਸਾਡੇ ਕੋਲ ਜਾਂਚ ਪੜਤਾਲ ਕਰਨ ਵਾਲੀ, ਆਲੋਚਨਾ ਕਰਨ ਵਾਲੀ, ਨਿਆਂ ਕਰਨ ਵਾਲੀ ਆਤਮਾ ਹੁੰਦੀ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਸ਼ਾਇਦ ਤੁਸੀਂ ਨਹੀਂ ਜਾਣਦੇ, ਤੁਸੀਂ ਆਪਣੇ ਬਾਰੇ ਬਹੁਤ ਕੁਝ ਵਧਾ ਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ, ਪਰ ਲੋਕ ਇਸ ਗੱਲ ਨੂੰ ਜਾਣ ਲੈਂਦੇ ਹਨ ਕਿ ਉਹ ਸਭ ਤੁਹਾਡੇ ਅੰਦਰ ਨਹੀਂ। ਇਸ ਲਈ ਦੂਜੇ ਦੀ ਜਾਂਚ ਕਰਨ ਵਾਸਤੇ ਤੁਹਾਡੇ ਪਾਪ ਤੁਹਾਡੇ ਸਾਹਮਣੇ ਆ ਜਾਂਦੇ ਹਨ। ਨੰਬਰ 3, ਨਿਆਂ ਕਰਨ ਵਿੱਚ ਉਸ ਦੇ ਉੱਪਰ ਉਲਟਾ ਇਲਜ਼ਾਮ ਵੀ ਲੱਗਦਾ ਹੈ। ਇਸ ਗੱਲ ਵੱਲ ਧਿਆਨ ਕਰੋ। ਨਿਆਂ ਕਰਨ ਵਿੱਚ ਉਸ ਦੇ ਉੱਪਰ ਉਲਟਾ ਇਲਜ਼ਾਮ ਵੀ ਲੱਗਦਾ ਹੈ। ਧਿਆਨ ਦਿਓ ਉਹ ਕੀ ਆਖਦਾ ਹੈ: ਨਿਆਂ ਨਾ ਕਰੋ। ਕਿਉਂ? ਕਿਉਂ ਜੋ ਤੁਹਾਡਾ ਵੀ ਨਿਆਂ ਕੀਤਾ ਜਾਵੇਗਾ। ਜੋ ਗੱਲ ਇੱਥੇ ਕਹੀ ਜਾ ਰਹੀ ਹੈ ਉਹ ਪਛਾਣਨਯੋਗ ਹੈ। ਕਿਸੇ ਨੇ ਆਖਿਆ ਹੈ ਨਿਆਂ ਕਰਨਾ ਸਿਰਫ ਛੜੀ ਮਾਰਨਾ ਹੀ ਨਹੀਂ ਹੈ, ਇਹ ਤਾਂ ਲੱਕੜੀ ਦੇ ਉਸ ਤੀਰ ਦੇ ਸਮਾਨ ਹੈ ਜੋ ਮੁੜ ਵਾਪਸ ਆ ਜਾਂਦਾ ਹੈ। ਇਹ ਸੱਚ ਹੈ ਕਿ ਇਹ ਨਹੀਂ ਹੈ? ਕਾਫੀ ਸਮੇਂ ਪਹਿਲੇ ਕਿਸੇ ਨੇ ਮੈਨੂੰ ਆਖਿਆ, ਇਹ ਭਲਾ ਹੈ ਕਿ ਤੁਸੀਂ ਉੱਪਰ ਜਾਂਦੇ ਹੋਏ ਆਪਣੇ ਦੋਸਤਾਂ ਦਾ ਅੱਛੀ ਤਰ੍ਹਾਂ ਖਿਆਲ ਕਰੋ, ਕਿਉਂਕਿ ਵਾਪਸੀ ਵਿੱਚ ਤੁਹਾਨੂੰ ਉਹਨਾਂ ਦੀ ਜ਼ਰੂਰਤ ਪਵੇਗੀ। ਮੈਂ ਇੱਕ ਪਾਸਟਰ ਨੂੰ ਜਾਣਦਾ ਸੀ ਜੋ ਆਪਣੇ ਇਰਾਦੇ ਦਾ ਪੱਕਾ ਸੀ। ਜਦ ਤੱਕ ਉਹ ਸੜਕ ਦੇ ਕਿਨਾਰੇ ਚੱਲਦਾ ਸੀ, ਨਾ ਇੱਧਰ ਹੁੰਦਾ ਸੀ ਨਾ ਉੱਧਰ, ਤਾਂ ਉਹ ਠੀਕ ਠਾਕ ਰਹਿੰਦਾ ਸੀ। ਪਰ ਇੱਕ ਵਾਰ ਐਸੀ ਜਗ੍ਹਾ ਤੇ ਗਿਆ ਜਿੱਥੇ ਉਹ ਕੁਝ ਨਾ ਕਰ ਸਕਿਆ, ਪਰ ਉਹ ਕਰ ਬੈਠਾ ਜੋ ਨਹੀਂ ਕਰਨਾ ਚਾਹੀਦਾ ਸੀ। ਤੁਸੀਂ ਜਾਣਦੇ ਹੋ ਕਿ ਉਸਨੇ ਆਪਣੇ ਲੋਕਾਂ ਨੂੰ ਅੱਛੀ ਤਰ੍ਹਾਂ ਸਿੱਖਿਆ ਦਿੱਤੀ ਸੀ। ਉਹਨਾਂ ਨੇ ਉਸ ਦੇ ਉੱਪਰ ਵੀ ਉਹੀ ਤਰੀਕਾ ਅਪਣਾਇਆ ਜੋ ਉਸ ਨੇ ਅਪਣਾਇਆ ਸੀ।
ਤੁਸੀਂ ਜਾਣਦੇ ਹੋ, ਮੈਂ ਇੱਕ ਪਾਸਟਰ ਹੋਣ ਦੇ ਨਾਤੇ ਇੱਕ ਗੱਲ ਲਈ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸਹੀ ਠਹਿਰ ਸਕਾਂ ਤੇ ਸਿੱਧ ਤਰੀਕੇ ਨਾਲ ਪੇਸ਼ ਕਰਾਂ। ਮੈਂ ਕਦੇ ਇਹ ਨਹੀਂ ਚਾਹੁੰਦਾ ਕਿ ਕਿਸੇ ਨੇ ਸਾਨੂੰ ਕਿਸੇ ਚੀਜ਼ ਦੇ ਬਾਰੇ ਧੋਖਾ ਦੇਵਾਂ। ਮੈਂ ਕੁਝ ਸਵਾਰਨਾ ਚਾਹੁੰਦਾ ਹਾਂ, ਨਾ ਕਿ ਵਿਗਾੜਨਾ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋ ਕਿ ਕਿਸੇ ਨੇ ਤੁਹਾਨੂੰ ਮਾਰਿਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਖੜੇ ਹੋਵੋ। ਇਸ ਲਈ ਤੁਹਾਡਾ ਹੌਸਲਾ ਵਧਾਉਣਾ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ, ਕਈ ਵਾਰ ਜਦ ਸਾਨੂੰ ਕਠੋਰ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇ ਸਾਡੇ ਸੰਦੇਸ਼ ਦਾ ਮਤਲਬ ਇਸ ਤਰ੍ਹਾਂ ਲੱਗੇ ਕਿ ਮੈਂ ਤੁਹਾਡਾ ਨਿਆਂ ਕਰ ਰਿਹਾ ਹਾਂ ਅਤੇ ਤੁਹਾਨੂੰ ਮਾਰ ਰਿਹਾ ਹਾਂ, ਤਾਂ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏ, ਭਾਵੇਂ ਤੁਸੀਂ ਇਹ ਗਲਤੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ। ਇਸ ਤਰ੍ਹਾਂ ਦਾ ਉਪਦੇਸ਼ ਗਲਤ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਮੇਰੇ ਦਿਲ ਵਿੱਚ ਗੜਬੜ ਹੈ। ਤੁਸੀਂ ਨਿਆਂ ਵਿੱਚ ਕੀ ਕਰਦੇ ਹੋ? ਤੁਸੀਂ ਜੋ ਕਰਦੇ ਹੋ ਉਹ ਤੁਹਾਡੇ ਕੋਲ ਵਾਪਸ ਆ ਕੇ ਤੁਹਾਨੂੰ ਹੀ ਪੁੱਛਦਾ ਹੈ ਕਿ ਤੁਸੀਂ ਇਸ ਬਾਰੇ ਠੀਕ ਹੋ। ਨਿਆਂ ਕਰਨ ਲਈ ਜ਼ਰੂਰਤ ਹੁੰਦੀ ਹੈ ਕਿ ਪੂਰੀ ਸੱਚਾਈ ਪ੍ਰਗਟ ਹੋਵੇ। ਇਹ ਤੁਹਾਡੇ ਆਪਣੇ ਪਾਪ ਨੂੰ ਵੀ ਪ੍ਰਗਟ ਕਰਦੀ ਹੈ ਜੋ ਨਿਆਂ ਕਰਦਾ ਹੈ। ਉਸ ਦੇ ਉੱਪਰ ਉਲਟਾ ਇਲਜ਼ਾਮ ਵੀ ਲੱਗਦਾ ਹੈ। ਨਿਆਂ ਕਰਨ ਵਿੱਚ ਗੰਦਗੀ ਤੁਹਾਡੇ ਉੱਪਰ ਵਾਪਸ ਆਉਂਦੀ ਹੈ। ਨੰਬਰ 4, ਨਿਆਂ ਵਿੱਚ ਪਰਮਿਕਤਾ ਦਾ ਕਰਮ ਬਦਲ ਜਾਂਦਾ ਹੈ। ਹੁਣ ਮੈਂ ਤੁਹਾਨੂੰ ਚੌਥੀ ਗੱਲ ਦੱਸਣ ਜਾ ਰਿਹਾ ਹਾਂ। ਨਿਆਂ ਵਿੱਚ ਪ੍ਰਾਥਮਿਕਤਾ ਦਾ ਕਰਮ ਬਦਲ ਜਾਂਦਾ ਹੈ। ਹੁਣ ਜਰਾ ਧਿਆਨ ਦੇ ਨਾਲ ਵੇਖੋ ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ, ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ। ਅਥਵਾ ਕਿੱਕਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ, ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ। ਬਾਈਬਲ ਵਿੱਚ ਕਿਸ ਚੀਜ਼ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ? ਕਿ ਆਪਣੀ ਜਾਂਚ ਧਿਆਨਪੂਰਵਕ ਕਰਾਂ ਅਤੇ ਦੂਜਿਆਂ ਦੀ ਫਿਕਰ ਨਾ ਕਰਾਂ, ਕਿਉਂਕਿ ਮੈਂ ਦੂਜਿਆਂ ਬਾਰੇ ਸੱਚਾਈ ਨਹੀਂ ਜਾਣਦਾ, ਜਾਂ ਕਿ ਮੈਂ ਲੋਕਾਂ ਦੀ ਜਾਂਚ ਕਰਾਂ ਅਤੇ ਆਪਣੀ ਪਰਵਾਹ ਨਾ ਕਰਾਂ। ਤੁਸੀਂ ਇਸ ਉੱਤਰ ਨੂੰ ਜਾਣਦੇ ਹੋ। ਬਾਈਬਲ ਵਿੱਚ ਪ੍ਰਾਥਮਿਕਤਾ ਇਸ ਉੱਪਰ ਹੈ ਕਿ ਤੁਸੀਂ ਆਪਣੇ ਆਪ ਦੀ ਜਾਂਚ ਕਰੋ। ਆਪਣੇ ਜੀਵਨ ਨੂੰ ਜਾਂਚਣ ਲਈ ਕਠੋਰ ਕਦਮ ਉਠਾਓ। ਇਸ ਨੂੰ ਨਾ ਕਰੋ। ਆਪਣੇ ਆਪ ਦੇ ਮਾਸਟਰ ਬਣੋ। ਪਾਲੂਸ ਨੇ ਕਰੰਥੀਆਂ ਦੀ ਕਲੀਸਿਆ ਨੂੰ ਇੱਕ ਪੱਤਰੀ ਲਿਖੀ। ਪਹਿਲਾ ਕਰੰਥੀਆਂ ਅਧਿਆਇ 11 ਵਿੱਚ ਆਖਦਾ ਹੈ, ਜੇ ਅਸੀਂ ਆਪਣੇ ਆਪ ਦਾ ਨਿਆਂ ਕਰਾਂਗੇ ਤਾਂ ਸਾਡਾ ਨਿਆਂ ਨਹੀਂ ਕੀਤਾ ਜਾਵੇਗਾ। ਪਰਮੇਸ਼ਰ ਦਾ ਵਚਨ ਦੱਸਦਾ ਹੈ, ਜੇ ਤੁਸੀਂ ਸਖਤੀ ਨਾਲ ਨਿਆਂ ਕਰਨ ਜਾ ਰਹੇ ਹੋ ਤਾਂ ਇਸ ਸਖਤੀ ਨੂੰ ਆਪਣੇ ਆਪ ਲਈ ਇਸਤੇਮਾਲ ਕਰੋ। ਆਪਣੀ ਜ਼ਿੰਮੇਵਾਰੀ ਵੱਲ ਧਿਆਨ ਦਿਓ। ਆਪਣੀ ਜ਼ਿੰਮੇਦਾਰੀ ਦੇ ਸਤਰ ਨੂੰ ਵਧਾਓ। ਤਦ ਤੁਹਾਨੂੰ ਸਮਝ ਆ ਜਾਵੇਗੀ ਤੁਸੀਂ ਆਪਣੇ ਆਸੇ-ਪਾਸੇ ਦੇ ਲੋਕਾਂ ਦੇ ਬਾਰੇ ਸਭ ਕੁਝ ਨਹੀਂ ਜਾਣਦੇ, ਅਤੇ ਇਸ ਗੱਲ ਦਾ ਅਹਿਸਾਸ ਕਰ ਲਵੋਗੇ ਕਿ ਤੁਸੀਂ ਉਹਨਾਂ ਦਾ ਨਿਆਂ ਕਰਨ ਦੀ ਹੈਸੀਅਤ ਦੇ ਯੋਗ ਨਹੀਂ ਹੋ, ਕਿਉਂਕਿ ਤੁਸੀਂ ਸਭ ਕੁਝ ਨਹੀਂ ਜਾਣਦੇ, ਪਰ ਤੁਸੀਂ ਆਪਣੇ ਬਾਰੇ ਸਭ ਕੁਝ ਜਾਣਦੇ ਹੋ। ਤੁਸੀਂ ਜਾਣਦੇ ਹੋ, ਇੱਕ ਵਿਅਕਤੀ ਦੇ ਅੰਦਰ ਜਾਂਚ ਪੜਤਾਲ ਕਰਨ ਦਾ ਆਤਮਾ ਹੁੰਦਾ ਹੈ, ਤਾਂ ਉਹ ਇਸ ਤਰ੍ਹਾਂ ਕਰਦੇ ਹਨ ਕਿ ਕਿਸੇ ਚੀਜ਼ ਨੂੰ ਉੱਪਰੋਂ ਵੇਖਦੇ ਹਨ ਅਤੇ ਉਹ ਦੂਜੇ ਵਿਅਕਤੀ ਦਾ ਨਿਆਂ ਕਠੋਰਤਾ ਨਾਲ ਕਰਦੇ ਹਨ ਅਤੇ ਆਪਣੇ ਆਪ ਨੂੰ ਇੱਕ ਕਿਨਾਰੇ ਕਰ ਲੈਂਦੇ ਹਨ। ਕੀ ਇਹ ਮਜ਼ੇਦਾਰ ਗੱਲ ਨਹੀਂ ਹੈ? ਅਤੇ ਇਹ ਕਹਾਣੀ ਇਸ ਦੇ ਬਾਰੇ ਹੀ ਹੈ। ਮੈਂ ਸੋਚਦਾ ਹਾਂ ਬਾਈਬਲ ਵਿੱਚ ਇਹ ਸਭ ਤੋਂ ਅੱਛੀ ਕਹਾਣੀ ਹੈ। ਜੇ ਯਿਸੂ ਨੂੰ ਇਸ ਗੱਲ ਵਿੱਚ ਰੁਚੀ ਨਾ ਹੁੰਦੀ ਤਾਂ ਤੁਹਾਨੂੰ ਇਹ ਕਹਾਣੀ ਪੜ੍ਹਨ ਨੂੰ ਨਾ ਮਿਲਦੀ। ਯਿਸੂ ਨੂੰ ਇਸ ਵਿੱਚ ਰੁਚੀ ਸੀ। ਤੁਸੀਂ ਜਾਣਦੇ ਹੋ ਕਿ ਤੁਹਾਡੇ ਲਈ ਪਰੇਸ਼ਾਨੀ ਕੀ ਹੈ। ਉਹ ਆਖਦਾ ਹੈ, ਤੁਸੀਂ ਆਪਣੇ ਦੋਸਤ ਦਾ ਨਿਆਂ ਕਰਨਾ ਚਾਹੁੰਦੇ ਹੋ ਜਿਸ ਦੀ ਅੱਖ ਵਿੱਚ ਕੱਖ ਹੈ ਅਤੇ ਤੁਹਾਡੀ ਆਪਣੀ ਅੱਖ ਵਿੱਚ ਸ਼ਤੀਰ ਹੈ। ਉਸਨੇ ਆਖਿਆ ਹੈ, ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਤੁਹਾਡੀ ਆਪਣੀ ਅੱਖ ਵਿੱਚ ਕੁਝ ਹੈ। ਪਹਿਲਾਂ ਆਪਣੀ ਅੱਖ ਦੇ ਸ਼ਤੀਰ ਨੂੰ ਕੱਢੋ ਤਾਂ ਤੁਸੀਂ ਆਪਣੇ ਦੋਸਤ ਦੀ ਅੱਖ ਵਿੱਚੋਂ ਕੱਖ ਨੂੰ ਕੱਢ ਸਕੋਗੇ। ਪਰ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਬੈਠੇ ਹੋ। ਤੁਸੀਂ ਤਾਂ ਪ੍ਰਾਥਮਿਕਤਾ ਦੇ ਨਿਯਮ ਨੂੰ ਹੀ ਬਦਲ ਦਿੱਤਾ ਹੈ। ਯਿਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਪਹਿਲਾਂ ਆਪਣੇ ਲਈ ਸਖਤੀ ਕਰੋ। ਜੇ ਤੁਸੀਂ ਕਿਸੇ ਹੋਰ ਲਈ ਸਖਤੀ ਨਾਲ ਨਿਆਂ ਕਰਨਾ ਚਾਹੁੰਦੇ ਹੋ, ਦੂਜਿਆਂ ਦੇ ਪ੍ਰਤੀ ਸਖਤੀ ਨਾ ਕਰੋ। ਪ੍ਰਾਥਮਿਕਤਾ ਦੇ ਨਿਯਮ ਦੇ ਅਨੁਸਾਰ ਪਹਿਲਾਂ ਆਪਣੇ ਆਪ ਦੀ ਸਖਤੀ ਨਾਲ ਜਾਂਚ ਕਰੋ। ਤੁਸੀਂ ਆਪਣੇ ਭਰਾ ਦੇ ਪ੍ਰਤੀ ਕਠੋਰ ਹੁੰਦੇ ਹੋ ਅਤੇ ਆਪਣੇ ਆਪ ਨੂੰ ਇੱਕ ਪਾਸੇ ਰੱਖਦੇ ਹੋ। ਤੁਸੀਂ ਪ੍ਰਾਥਮਿਕਤਾ ਦੇ ਨਿਯਮ ਨੂੰ ਬਦਲ ਦਿੱਤਾ ਹੈ। ਨੰਬਰ 5, ਨਿਆਂ ਕਰਨ ਵਾਲੇ ਲਈ ਆਪਣੀ ਸਮੱਸਿਆ ਦਾ ਹੱਲ ਕਰਨਾ ਔਖਾ ਹੁੰਦਾ ਹੈ। ਕੀ ਅਸੀਂ ਇਸ ਤਰ੍ਹਾਂ ਨਹੀਂ ਕਰਦੇ? ਅਤੇ ਸਾਡੇ ਕੋਲ ਇਸ ਲਈ ਇੱਕ ਕਾਰਨ ਹੁੰਦਾ ਹੈ ਕਿ ਨਹੀਂ ਹੁੰਦਾ? ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਾਰਨ ਇਹ ਹੈ। ਇਹ ਨੰਬਰ 5 ਹੈ। ਨਿਆਂ ਕਰਨ ਵਾਲੇ ਲਈ ਆਪਣੀ ਸਮੱਸਿਆ ਦਾ ਹੱਲ ਕਰਨਾ ਔਖਾ ਹੁੰਦਾ ਹੈ। ਕੀ ਤੁਸੀਂ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਹੈ? ਜਦ ਕਿਸੇ ਦੂਜੇ ਦੀ ਪਰੇਸ਼ਾਨੀ ਵੱਲ ਧਿਆਨ ਕਰਦੇ ਹੋ ਅਤੇ ਇਸ ਤਰ੍ਹਾਂ ਕਰਨ ਦੀ ਆਪਣੀ ਆਦਤ ਹੀ ਬਣਾ ਲੈਂਦੇ ਹੋ, ਤੁਹਾਨੂੰ ਸਮੇਂ ਨਹੀਂ ਮਿਲਦਾ ਕਿ ਆਪਣੇ ਵੱਲ ਵੇਖ ਸਕੋ।
ਇਸ ਲਈ ਤੁਸੀਂ ਦੂਸਰੇ ਬਾਰੇ ਹੀ ਕੁਝ ਨਾ ਕੁਝ ਕਰਦੇ ਰਹਿੰਦੇ ਹੋ। ਕੁਝ ਪਤੀ ਇਸ ਯਤਨ ਵਿੱਚ ਹੀ ਲੱਗੇ ਰਹਿੰਦੇ ਹਨ ਕਿ ਉਹ ਆਪਣੀਆਂ ਪਤਨੀਆਂ ਨੂੰ ਹੋਰ ਠੀਕ ਕਰ ਸਕਣ। ਉਹਨਾਂ ਨੂੰ ਆਪਣੇ ਆਪ ਨੂੰ ਠੀਕ ਕਰਨਾ ਚਾਹੀਦਾ ਹੈ। ਕੁਝ ਪਤਨੀਆਂ ਆਪਣੇ ਪਤੀਆਂ ਨੂੰ ਠੀਕ ਰਾਹ ਤੇ ਲਿਆਉਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ, ਜਦ ਕਿ ਉਹਨਾਂ ਨੂੰ ਆਪਣੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਜਦ ਤੁਸੀਂ ਇਸ ਤਰ੍ਹਾਂ ਇਹਨਾਂ ਕੰਮਾਂ ਵਿੱਚ ਲੱਗੇ ਰਹਿੰਦੇ ਹੋ ਤਾਂ ਜੋ ਅਸਲੀ ਸਮੱਸਿਆ ਹੈ ਉਸ ਵੱਲ ਧਿਆਨ ਨਹੀਂ ਦਿੰਦੇ। ਅਤੇ ਇਸ ਸਮੱਸਿਆ ਨੂੰ ਸੁਧਾਰਨ ਲਈ ਯਿਸੂ ਨੇ ਇਸ ਤਰ੍ਹਾਂ ਆਖਿਆ, ਧਿਆਨ ਕਰੋ। ਉਹ ਆਖਦਾ ਹੈ, ਪਹਿਲਾਂ ਆਪਣੀ ਅੱਖ ਦੇ ਸ਼ਤੀਰ ਨੂੰ ਕੱਢ, ਫਿਰ ਤੂੰ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਨੂੰ ਸਹੀ ਤਰੀਕੇ ਨਾਲ ਵੇਖ ਸਕੇਗਾ। ਉਹ ਇਸ ਤਰ੍ਹਾਂ ਨਹੀਂ ਕਹਿ ਰਿਹਾ ਕਿ ਤੂੰ ਆਪਣੇ ਭਰਾ ਦੀ ਅੱਖ ਦੀ ਸਮੱਸਿਆ ਨੂੰ ਦੂਰ ਕਰ। ਉਹ ਤਾਂ ਇਹ ਕਹਿ ਰਿਹਾ ਹੈ, ਪਹਿਲਾਂ ਆਪਣੀ ਸਮੱਸਿਆ ਦਾ ਸਾਹਮਣਾ ਕਰ, ਫਿਰ ਤੂੰ ਭਲੀ ਭਾਂਤੀ ਆਪਣੇ ਭਰਾ ਦੀ ਸਮੱਸਿਆ ਦਾ ਹੱਲ ਕੱਢ ਸਕੇਗਾ। ਪਰ ਕੀ ਹੁੰਦਾ ਹੈ, ਜਦ ਤੁਸੀਂ ਆਪਣੇ ਭਰਾ ਦੀ ਜਾਂਚ ਪੜਤਾਲ ਕਰਦੇ ਹੋ ਤਾਂ ਆਪਣੇ ਵੱਲ ਵੇਖਣਾ ਭੁੱਲ ਜਾਂਦੇ ਹੋ। ਮੈਂ ਕਈ ਸਾਲਾਂ ਤੋਂ ਕਈ ਕਲੀਸਿਆ ਵਿੱਚ ਵੇਖ ਰਿਹਾ ਹਾਂ ਕਿ ਕੁਝ ਲੋਕ ਸਕਾਰਾਤਮਕ ਵਿਚਾਰ ਨਹੀਂ ਰੱਖਦੇ, ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਪਰ ਕੁਝ ਨਾ ਹੋ ਸਕਿਆ। ਪਾਸਟਰ, ਉਹ ਬਹੁਤ ਅੱਛਾ ਸੰਦੇਸ਼ ਸੀ, ਪਰ ਮਿਊਜ਼ਿਕ ਦੀ ਆਵਾਜ਼ ਬਹੁਤ ਤੇਜ਼ ਸੀ। ਤੁਹਾਡੀ ਅੱਜ ਦੀ ਸਮੱਸਿਆ ਬਹੁਤ ਅੱਛੀ ਲੱਗੀ, ਪਰ ਠੰਡ ਜ਼ਿਆਦਾ ਹੋਣ ਦੇ ਕਾਰਨ ਲੋਕ ਪਰੇਸ਼ਾਨ ਸੀ। ਇਸ ਤਰ੍ਹਾਂ ਉਹ ਲੋਕ ਤੁਹਾਨੂੰ ਕੋਈ ਚੀਜ਼ ਤਾਂ ਦਿੰਦੇ ਹਨ, ਪਰ ਇਸ ਤੋਂ ਪਹਿਲਾਂ ਕਿ ਤੁਸੀਂ ਉਸ ਦਾ ਆਨੰਦ ਲੈ ਸਕੋ, ਉਹ ਵਾਪਸ ਲੈ ਲੈਂਦੇ ਹਨ। ਕੀ ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋ? ਅਸਲ ਸਮੱਸਿਆ ਇਹ ਹੈ ਕਿ ਜਦ ਸ਼ੈਤਾਨ ਦਾ ਆਤਮਾ ਸਾਡੇ ਅੰਦਰ ਕੰਮ ਕਰਦਾ ਹੈ ਤਾਂ ਉਹ ਸਾਡੀ ਸਮੱਸਿਆ ਲਈ ਸਾਨੂੰ ਅੰਨਾ ਕਰ ਦਿੰਦਾ ਹੈ, ਤਾਂ ਅਸੀਂ ਦੂਜੀਆਂ ਚੀਜ਼ਾਂ ਦੇ ਬਾਰੇ ਕੰਮ ਕਰਨਾ ਲੱਗ ਪੈਂਦੇ ਹਾਂ ਅਤੇ ਆਪਣੇ ਜੀਵਨ ਦੀਆਂ ਗਲਤੀਆਂ ਵੱਲ ਨਹੀਂ ਵੇਖਦੇ। ਮੈਂ ਵੇਖਿਆ ਹੈ, ਜੋ ਲੋਕ ਇਦਾਂ ਦੀ ਗਲਤੀ ਕਰਦੇ ਹਨ ਉਹ ਫਿਰ ਕਰਦੇ ਹੀ ਚਲੇ ਜਾਂਦੇ ਹਨ। ਬਸ ਇੱਕ ਚੀਜ਼ ਉਹਨਾਂ ਨੂੰ ਉਸ ਤੋਂ ਰੋਕ ਸਕਦੀ ਹੈ ਅਤੇ ਉਹ ਹੈ ਇਸ ਤਰ੍ਹਾਂ ਦਾ ਆਖਣਾ, ਇਹ ਉਹ ਰਾਹ ਨਹੀਂ ਜਿਸ ਤੇ ਮੈਂ ਜਾਣਾ ਚਾਹੁੰਦਾ ਹਾਂ। ਇਹ ਤਾਂ ਸਾਡੀ ਚੋਣ ਹੈ। ਸ਼ੈਤਾਨ ਦਾ ਆਤਮਾ ਸਾਡੇ ਵਿੱਚ ਕੰਮ ਕਰੇ ਜਾਂ ਨਾ ਕਰੇ, ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੀਆਂ ਹੋਰ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਸਲੀਬ ਵੱਲ ਵੇਖੀਏ ਅਤੇ ਪ੍ਰਭੂ ਯਿਸੂ ਦੇ ਪਿੱਛੇ ਤੁਰ ਪਈਏ, ਅਤੇ ਤਾਂ ਹੀ ਅਸੀਂ ਦੂਜੇ ਲੋਕਾਂ ਨੂੰ ਮਸੀਹ ਵਿੱਚ ਜਿੱਤ ਸਕਦੇ ਹਾਂ। ਤੁਸੀਂ ਆਖੋਗੇ ਇਹ ਮੁਸ਼ਕਿਲ ਹੈ, ਪਰ ਇਹ ਜ਼ਰੂਰੀ ਵੀ ਹੈ। ਸ਼ੈਤਾਨ ਮੌਕਾ ਲੱਭਦਾ ਰਹਿੰਦਾ ਹੈ ਕਿ ਆਪਣੀ ਜਾਂਚ ਪੜਤਾਲ ਦੀ ਆਤਮਾ ਦੇ ਦੁਆਰਾ ਲੋਕਾਂ ਨੂੰ ਗਲਤ ਰਾਹ ਤੇ ਲੈ ਜਾਏ। ਮੈਂ ਆਪਣੇ ਜੀਵਨ ਵਿੱਚ ਵੇਖਿਆ ਹੈ ਕਿ ਲੋਕਾਂ ਨੇ ਇਸ ਆਤਮਾ ਦੇ ਦੁਆਰਾ ਆਪਣੇ ਜੀਵਨ ਨੂੰ ਪਰੇਸ਼ਾਨੀਆਂ ਵਿੱਚ ਪਾ ਲਿਆ ਹੈ। ਮੈਨੂੰ ਯਾਦ ਹੈ, ਇੱਕ ਦਿਨ ਕਿਸੇ ਨੇ ਮੈਨੂੰ ਇੱਕ ਪਰਚਾ ਦਿੱਤਾ ਜਿਸ ਵਿੱਚ ਲਿਖਿਆ ਸੀ, ਉਸ ਵਿਅਕਤੀ ਨੇ ਮੈਨੂੰ ਜ਼ਖਮ ਦਿੱਤੇ। ਕਈ ਵਾਰ ਜੋ ਲੋਕ ਜ਼ਖਮ ਦਿੰਦੇ ਹਨ ਆਪ ਵੀ ਜ਼ਖਮੀ ਹੋ ਜਾਂਦੇ ਹਨ। ਸਾਨੂੰ ਜ਼ਰੂਰਤ ਹੈ ਕਿ ਐਸੇ ਲੋਕਾਂ ਦੇ ਪ੍ਰਤੀ ਪ੍ਰੇਮ ਅਤੇ ਸਹਾਨੁਭੂਤੀ ਵਿਖਾਈਏ। ਮੈਂ ਤਾਂ ਬਸ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇੱਕ ਅਲੱਗ ਤਰੀਕੇ ਦਾ ਆਤਮਾ ਪਾਈਏ, ਕਿਉਂਕਿ ਨਿਆਂ ਕਰਨ ਲਈ ਸਾਨੂੰ ਪੂਰੀ ਸੱਚਾਈ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਸਾਡੇ ਆਪਣੇ ਪਾਪ ਵੀ ਪ੍ਰਗਟ ਹੋਣੇ ਚਾਹੀਦੇ ਹਨ। ਨਿਆਂ ਕਰਨ ਵਿੱਚ ਉਲਟਾ ਆਪਣੇ ਉੱਪਰ ਵੀ ਇਲਜ਼ਾਮ ਲੱਗ ਸਕਦਾ ਹੈ। ਧਰਮ ਸ਼ਾਸਤਰ ਦੇ ਅਨੁਸਾਰ ਪਰਮੇਸ਼ਰ ਦੀ ਪ੍ਰਾਥਮਿਕਤਾ ਦਾ ਕਰਮ ਵੀ ਬਦਲ ਜਾਂਦਾ ਹੈ। ਨਿਆਂ ਕਰਨ ਵਾਲੇ ਲਈ ਆਪਣੀ ਸਮੱਸਿਆ ਦਾ ਹੱਲ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਜ਼ਰੂਰਤ ਹੈ ਇਹਨਾਂ ਗੱਲਾਂ ਨੂੰ ਛੱਡ ਕੇ ਪਰਮੇਸ਼ਰ ਨੂੰ ਆਖੋ ਕਿ ਉਹ ਤੁਹਾਨੂੰ ਪ੍ਰੇਮ ਦਾ ਆਤਮਾ ਦੇਵੇ। ਮੈਂ ਧਰਮ ਸ਼ਾਸਤਰ ਵਿੱਚੋਂ ਤੁਹਾਨੂੰ 2 ਐਤਾਂ ਦੇਣਾ ਚਾਹੁੰਦਾ ਹਾਂ। 101 ਜ਼ਬੂਰ ਦੇ ਵਿੱਚ ਲਿਖਿਆ ਹੈ, ਜਿਹੜਾ ਓਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, ਮੈਂ ਉਹਨਾਂ ਨੂੰ ਮਿਟਾ ਦੇਵਾਂਗਾ। ਉੱਚੀ ਅੱਖ ਅਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ। ਇਹ ਸਾਡੇ ਪ੍ਰਭੂ ਦੇ ਵਚਨ ਹਨ, ਜਿਸ ਨੂੰ ਨਵੇਂ ਨੇਮ ਦੀ ਇਫਸੀਆਂ ਦੀ ਕਿਤਾਬ ਵਿੱਚੋਂ ਲਿਆ ਗਿਆ ਹੈ। ਧਿਆਨ ਨਾਲ ਸੁਣੋ, ਕੋਈ ਗੰਦੀ ਗੱਲ ਤੁਹਾਡੇ ਮੂੰਹ ਤੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ। ਭਾਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਆਮੀਨ। ਦੋਸਤੋ, ਅੱਜ ਅਸੀਂ ਸਿੱਖਿਆ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਦਾ ਨਿਆਂ ਕਰਨਾ ਜਾ ਰਹੇ ਹੋ ਤਾਂ ਤੁਹਾਨੂੰ ਉਸ ਵਿਅਕਤੀ ਦੇ ਕੇਸ ਦੀ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਤੁਸੀਂ ਸਹੀ ਫੈਸਲਾ ਕਰ ਸਕੋ। ਫਿਰ ਅਸੀਂ ਸਿੱਖਿਆ ਕਿ ਜਦੋਂ ਅਸੀਂ ਦੂਜਿਆਂ ਦਾ ਨਿਆਂ ਕਰਨ ਜਾ ਰਹੇ ਹਾਂ ਤਾਂ ਬਹੁਤ ਵਾਰੀ ਸਾਡੇ ਆਪਣੇ ਪਾਪ ਵੀ ਉਜਾਗਰ ਹੋ ਜਾਂਦੇ ਹਨ, ਕਿਉਂਕਿ ਅਸੀਂ ਦੋਸ਼ੀ ਵਿਅਕਤੀ ਦੇ ਵਿੱਚ ਉਹਨਾਂ ਗੱਲਾਂ ਨੂੰ ਵੇਖਦੇ ਹਨ ਜਿਹੜੀਆਂ ਕਿ ਸਾਡੇ ਆਪਣੇ ਜੀਵਨ ਦੇ ਵਿੱਚ ਸਮੱਸਿਆ ਬਣ ਕੇ ਖੜੀਆਂ ਹੋਈਆਂ ਹੁੰਦੀਆਂ ਹਨ। ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਵੀ ਜਾਣਿਆ ਕਿ ਕਈ ਵਾਰੀ ਨਿਆਂ ਕਰਨ ਦੇ ਵਿੱਚ ਤੁਹਾਡੇ ਉੱਤੇ ਉਲਟਾ ਇਲਜ਼ਾਮ ਵੀ ਲੱਗ ਸਕਦਾ ਹੈ। ਧਿਆਨ ਦਿਓ ਕਿ ਇੱਥੇ ਯਿਸੂ ਜੀ ਨੇ ਕੀ ਕਿਹਾ, ਨਿਆਂ ਨਾ ਕਰੋ ਤਾਂ ਜੋ ਤੁਹਾਡਾ ਵੀ ਨਿਆਂ ਕੀਤਾ ਜਾਏਗਾ। ਕਿਸੇ ਨੇ ਕਿਹਾ ਕਿ ਨਿਆਂ ਕਰਨਾ ਸਿਰਫ ਛੜੀ ਮਾਰਨਾ ਨਹੀਂ ਹੈ, ਇਹ ਤਾਂ ਉਹ ਤੀਰ ਹੈ ਜੋ ਵਾਪਸ ਆ ਜਾਂਦਾ ਹੈ। ਇਸ ਕਰਕੇ ਸਾਨੂੰ ਨਿਆਂ ਬਹੁਤ ਹੀ ਸਾਵਧਾਨੀ ਦੇ ਨਾਲ ਕਰਨਾ ਚਾਹੀਦਾ ਹੈ।
ਇਸ ਦੇ ਬਾਅਦ ਅਸੀਂ ਨਿਆਂ ਦੇ ਅਗਲੇ ਕਾਰਨ ਨੂੰ ਜਾਣਿਆ ਕਿ ਨਿਆਂ ਦੇ ਵਿੱਚ ਪ੍ਰਾਥਮਿਕਤਾ ਦੇ ਕ੍ਰਮ ਬਦਲ ਜਾਂਦੇ ਹਨ। ਪ੍ਰਾਥਮਿਕਤਾ ਦੇ ਨਿਯਮ ਦੇ ਅਨੁਸਾਰ ਦੂਜਿਆਂ ਦਾ ਨਿਆਂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਦੀ ਜਾਂਚ ਸਖਤੀ ਦੇ ਨਾਲ ਕਰ ਲੈਣੀ ਚਾਹੀਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਵੀ ਵੇਖਿਆ ਕਿ ਨਿਆਂ ਕਰਨ ਵਾਲੇ ਲਈ ਆਪਣੀ ਸਮੱਸਿਆ ਦਾ ਹੱਲ ਕਰਨਾ ਮੁਸ਼ਕਲ ਹੁੰਦਾ ਹੈ। ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵੇਖਿਆ ਕਿ ਕੁਝ ਪਤੀ ਆਪਣੀ ਪਤਨੀਆਂ ਨੂੰ ਹੀ ਸੁਧਾਰਨ ਵਿੱਚ ਲੱਗੇ ਰਹਿੰਦੇ ਹਨ ਅਤੇ ਆਪਣੀ ਸਮੱਸਿਆ ਉੱਤੇ ਗੌਰ ਨਹੀਂ ਕਰਦੇ। ਇਸੇ ਤਰ੍ਹਾਂ ਕੁਝ ਪਤਨੀਆਂ ਆਪਣੇ ਪਤੀਆਂ ਨੂੰ ਹੀ ਸੁਧਾਰਨ ਵਿੱਚ ਲੱਗੀਆਂ ਰਹਿੰਦੀਆਂ ਹਨ ਅਤੇ ਆਪਣੀਆਂ ਸਮੱਸਿਆ ਦੇ ਉੱਤੇ ਗੌਰ ਨਹੀਂ ਕਰਦੀਆਂ। ਦੋਸਤੋ, ਸਾਨੂੰ ਪਰਮੇਸ਼ਰ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਪ੍ਰੇਮ ਦਾ ਆਤਮਾ ਦੇਵੇ ਤਾਂ ਜੋ ਅਸੀਂ ਸਹੀ ਇਨਸਾਫ ਕਰ ਸਕੀਏ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਸਿਖਾਇਆ ਕਿ ਦੋਸ਼ ਨਾ ਲਗਾਓ, ਕਿਉਂਕਿ ਤੁਹਾਡੇ ਤੇ ਵੀ ਦੋਸ਼ ਲਗਾਇਆ ਜਾਏਗਾ। ਤੁਹਾਡੇ ਵਚਨ ਤੋਂ ਅਸੀਂ ਸਿੱਖਿਆ ਕਿ ਪ੍ਰਭੂ ਜੀ ਤੁਸੀਂ ਕਹਿੰਦੇ ਹੋ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਤੁਹਾਨੂੰ ਵੀ ਉਸੇ ਨਾਪ ਨਾਲ ਨਾਪਿਆ ਜਾਏਗਾ। ਇਸ ਕਰਕੇ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਅਨੁਸਾਰ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਸਿੱਖਿਆ ਦਿੱਤੀ ਕਿ ਅਸੀਂ ਜਦ ਕਿਸੇ ਦਾ ਇਨਸਾਫ ਕਰਦੇ ਹਾਂ, ਜਦ ਕਿਸੇ ਦੀ ਪ੍ਰਭੂ ਜੀ ਸਮੱਸਿਆ ਦਾ ਹੱਲ ਕਰਦੇ ਹਾਂ ਤਾਂ ਸਾਨੂੰ ਬਿਲਕੁਲ ਹੀ ਪ੍ਰਭੂ ਜੀ ਨਿਊਟਰਲ ਹੋ ਕੇ ਪ੍ਰਭੂ ਜੀ ਤੁਹਾਡੇ ਅਧੀਨ ਹੋ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਨਿਆਂ ਕਰਨਾ ਚਾਹੀਦਾ ਔਰ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ ਪ੍ਰਭੂ। ਹਾਲਾਂਕਿ ਇਸ ਦੇ ਵਿੱਚ ਬਹੁਤ ਸਾਰੇ ਖਤਰੇ ਹਨ, ਕਿਉਂਕਿ ਪਿਤਾ ਪਰਮੇਸ਼ਰ ਕਈ ਵਾਰ ਇਲਜ਼ਾਮ ਨਿਆਂ ਕਰਨ ਵਾਲੇ ਦੇ ਉੱਤੇ ਹੀ ਆ ਜਾਂਦੇ ਹਨ। ਕਈ ਵਾਰ ਪ੍ਰਭੂ ਜੀ ਉਹ ਉਹਨਾਂ ਗੱਲਾਂ ਦਾ ਇਨਸਾਫ ਕਰਦਾ ਜੋ ਕਿ ਉਹਦੇ ਆਪਣੇ ਅੰਦਰ ਵੀ ਹੁੰਦੀਆਂ ਹਨ। ਪਿਆਰੇ ਪਿਤਾ ਪਰਮੇਸ਼ਰ, ਮੇਰੀ ਪ੍ਰਾਰਥਨਾ ਕਿ ਤੁਸੀਂ ਸਾਨੂੰ ਪ੍ਰਭੂ ਪਰਖ ਦਾ ਆਤਮਾ ਦਿਓ, ਸਾਡੀ ਸਮਝ ਔਰ ਬੁੱਧ ਨੂੰ ਖੋਲੋ ਤਾਂ ਕਿ ਪ੍ਰਭੂ ਜੀ ਜਦ ਕਦੀ ਵੀ ਅਸੀਂ ਕਿਸੇ ਨਾਲ ਵਿਵਹਾਰ ਕਰੀਏ ਤਾਂ ਸਾਡਾ ਵਿਵਹਾਰ ਪੱਖਪਾਤ ਵਾਲਾ ਨਾ ਹੋਏ। ਅਸੀਂ ਪਿਤਾ ਪਰਮੇਸ਼ਰ ਤੁਹਾਡੇ ਬੱਚਿਆਂ ਵਾਂਗ ਜੋ ਕਿ ਪ੍ਰਭੂ ਜੀ ਨਿਆਏ ਪ੍ਰਿਯ ਹੈ ਉਸ ਤਰ੍ਹਾਂ ਦਾ ਇਨਸਾਫ ਕਰ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ। ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਦੋਸਤੋ, ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਤਾਂ ਸਾਨੂੰ ਸੰਪਰਕ ਕਰਕੇ ਜ਼ਰੂਰ ਦੱਸੋ। ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਏਗੀ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।